ਹਰਮੀਤ ਸਿੰਘ ਕਾਦੀਆਂ ਸਾਡੇ ਨਾਲ ਮੌਜੂਦ ਨੇ ਤੇ ਅੱਜ ਕਿਸਾਨਾਂ ਦੀ ਮੀਟਿੰਗ ਹੋਈ ਹੈ ਸੰਯੁਕਤ ਮੋਰਚੇ ਦੀ। ਉਸ ਤੋਂ ਬਾਅਦ ਫੈਸਲੇ ਲੈ ਗਏ ਨੇ, ਉਹ ਫੈਸਲੇ ਦੱਸ ਦਿੱਤੇ ਗਏ ਨੇ ਬੇਸ਼ੱਕ ਪੀਸੀ ਦੇ ਵਿੱਚ, ਪਰੰਤੂ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਨੇ ਉਹਨਾਂ ਨੇ ਕੀ ਫੈਸਲਾ ਲਿਆ ਹੈਗਾ। ਉਸ ਤੋਂ ਬਾਅਦ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲੇ ਲੈ ਗਏ ਨੇ। ਸੋ ਅੱਜ ਹਰਮੀਤ ਸਿੰਘ ਕਾਦੀਆਂ ਜੀ ਐਲਾਨ ਹੋ ਗਿਆ ਹੈ ਕਿ 29 ਤਰੀਕ ਨੂੰ ਜਿਹੜਾ ਸੰਸਦ ਕੂਚ ਸੀਗਾ ਉਹਨੂੰ ਰੱਦ ਕਰ ਦਿੱਤਾ ਗਿਆ। ਇਹ 32 ਜਥੇਬੰਦੀਆਂ ਦਾ ਵੀ ਪਹਿਲਾ ਫੈਸਲਾ ਸੀਗਾ ਕਿ ਜਾਂ ਸੰਯੁਕਤ ਮੋਰਚੇ ਵਿੱਚ ਇਹ ਫੈਸਲਾ ਹੋਇਆ? ਹਾਂਜੀ, ਪਹਿਲਾ ਕੰਟੈਂਟ ਬਣ ਗਿਆ ਸੀਗਾ ਕਿਉਂਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਫੈਸਲੇ ਸਰਕਾਰ ਵੱਲੋਂ ਲਿੱਤੇ ਜਾਂਦੇ ਸੀ ਉਹਦੇ ਵੱਲ ਵਾਚ ਸੀ। ਜੇ ਉਹਨਾਂ ਨੇ ਇੱਕ ਸਟੈਪ ਅੱਗੇ ਚੱਕਿਆ ਤਾਂ ਆਪਾਂ ਨੂੰ ਵੀ ਇੱਕ ਸਟੈਪ ਅੱਗੇ ਚੱਕਣਾ ਚਾਹੀਦਾ ਸੀ। ਸੋ ਪਹਿਲਾਂ ਤੁਹਾਡੀ ਅਨਾਉਂਸਮੈਂਟ ਬੇਸ਼ੱਕ ਇੱਕ ਵਾਰ ਹੋ ਚੁੱਕੀ ਸੀਗੀ ਬਿੱਲ ਰੱਦ ਹੋਣ ਤੋਂ ਬਾਅਦ ਵੀ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀਗਾ ਤੁਸੀਂ ਤੁਹਾਡਾ ਫਿਰ ਐਲਾਨ ਇਹੀ ਆਇਆ ਸੀਗਾ ਕਿ ਅਸੀਂ ਕੂਚ ਕਰਾਂਗੇ, ਪਰੰਤੂ ਫਿਰ ਤੁਸੀਂ ਇਹ ਹੁਣ ਫੈਸਲਾ ਦੁਬਾਰਾ ਫਿਰ ਇਹ ਲੈ ਲਿਆ ਕਿ ਅਸੀਂ ਕੂਚ ਨਹੀਂ ਕਰਾਂਗੇ। ਬਿਲਕੁਲ, ਕਿਉਂਕਿ ਆਪਣੇ 3 ਕਾਨੂੰਨ ਦੀ ਗੱਲ ਕੀਤੀ ਗਈ ਸੀ, ਉਸ ਤੋਂ ਬਾਅਦ ਕੈਬਨਿਟ ਦੇ ਵਿੱਚ ਅਪਰੂਵਲ ਮਿਲ ਗਈ। ਉਸ ਤੋਂ ਬਾਅਦ ਜਿਹੜੇ ਫਿਰ ਉਹਨਾਂ ਦੇ 4 ਜਿਹੜੇ ਮੁੱਦੇ ਸੀ ਸਾਡੇ ਸ਼ਹੀਦ ਕਿਸਾਨ ਵੀਰ ਬੀਬੀਆਂ ਜਾਂ ਵੀਰ ਹੋਏ ਸੀਗੇ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਸੀ, ਜਿਹੜੇ ਕੇਸਿਸ ਦੀ ਮੰਗ ਸੀਗੀ ਵੀ ਕੇਸਿਸ ਵਾਪਸ ਲਿੱਤੇ ਗਏ ਸੀ। ਤੇ ਨਾਲ ਹੀ ਨਾਲ ਉਹਨਾਂ ਨੇ ਐਮਐਸਪੀ ਦੀ ਕਮੇਟੀ ਦੀ ਕੋਈ ਗੱਲ ਕੀਤੀ ਆ, ਹਾਲੇ ਫਾਰਮ ਉਹਨਾਂ ਨੇ ਦੱਸੀ ਨਹੀਂ, ਤਾਂ ਉਹ ਇੱਕ ਸਟੈਪ ਜੇ ਅੱਗੇ ਆ ਰਿਹਾ। ਜਿਹੜੀ ਸਾਡੀ ਮੰਗਾਂ ਸੀਗੀਆਂ ਤਾਂ ਅਸੀਂ ਸੋਚਿਆ ਵੀ ਬੱਤੀਆਂ ਨੇ ਵੀ ਐਸਕੇਐਮ ਦੇ ਵਿੱਚ ਫੈਸਲਾ ਹੋਇਆ ਵੀ ਇਹਨੂੰ ਇੱਕ ਵਾਰੀ ਵਾਚ ਕੀਤਾ ਜਾਵੇ, ਸਰਕਾਰ ਕੀ ਹਾਂ ਪੱਕੀ ਕਰਦੀ ਤਾਂ ਆਪਾਂ ਵੀ ਖਾਂ ਪੱਕੀ ਉਹਨਾਂ ਨੂੰ ਰਵੱਈਆ ਦੱਸੀਏ। 29 ਤਰੀਕ ਨੂੰ ਸੰਸਦ ਦੇ ਵਿੱਚ ਬਿੱਲ ਰੱਦ ਹੋਣ ਦਾ ਐਲਾਨ ਲਗਭਗ ਤੈਅ ਹੋ ਚੁੱਕਿਆ ਹੈ। ਜੇ 29 ਤਰੀਕ ਨੂੰ ਸਰਕਾਰ ਰੱਦ ਕਰ ਦਿੰਦੀ ਹੈ 3 ਕਾਨੂੰਨਾਂ ਨੂੰ, ਤਾਂ ਫਿਰ ਤੁਸੀਂ ਉਸ ਤੋਂ ਬਾਅਦ 4 ਤਰੀਕ ਨੂੰ ਅਜੇ ਮੀਟਿੰਗ ਰੱਖੀ ਹੈ। 29 ਤਰੀਕ ਨੂੰ ਕੋਈ ਫੈਸਲਾ ਲਿਆ ਜਾ ਸਕਦਾ ਦੁਬਾਰਾ? ਨਹੀਂ, 29 ਤਰੀਕ ਨੂੰ ਮੀਟਿੰਗ ਰੱਖੀ ਹੈ ਅਸੀਂ 32 ਜਥੇਬੰਦੀਆਂ ਦੀ, ਜੋ ਜਿੱਦਾਂ ਦੇ ਸਮੀਕਰਨ ਚੇਂਜ ਹੁੰਦੇ ਉਸ ਤੋਂ ਪਹਿਲਾਂ 12 ਵਜੇ ਦੀ ਮੀਟਿੰਗ ਰੱਖੀ ਹੋਈ ਹੈ। ਉਹ ਤੇ ਜਿਵੇਂ ਸਮੀਕਰਨ ਆਉਣਗੇ, ਜਿੱਦਾਂ ਦੀ ਲੈਂਗੁਏਜ ਸਰਕਾਰ ਵਰਤਦੀ ਹੈ ਕਿਵੇਂ ਉਹ ਸਮੀਕਰਨ ਤੇ ਫਿਰ ਮੀਟਿੰਗ ਦੁਆਰਾ ਰੱਖੀ ਜਾਊਗੀ। ਉਸ ਮੀਟਿੰਗ ਤੋਂ ਬਾਅਦ ਹੀ ਕੋਈ ਅਗਲੇ ਫੈਸਲੇ ਦੱਸੇ ਜਾ ਸਕਦੇ ਜਾਂ ਲਿੱਤੇ ਜਾ ਸਕਦੇ। ਹਾਲੇ ਉਹ ਆਪਣਾ ਵੇਟ ਐਂਡ ਵਾਚ ਦੀ ਕੰਡੀਸ਼ਨ ਹੈ। ਐਮਐਸਪੀ ਜਿਹੜੀ ਹੈ ਪੰਜਾਬ ਨੂੰ 23 ਫਸਲਾਂ ਤੇ ਮਿਲ ਰਹੀ ਹੈ, ਹਰਿਆਣਾ ਦੇ ਵਿੱਚ ਵੀ ਫਸਲਾਂ ਤੇ ਮਿਲਦੀ ਹੈ, ਕੁਝ ਹਿੱਸਾ ਯੂਪੀ 'ਚ ਵੀ ਹੈ, ਪਰ ਬਾਕੀ ਭਾਰਤ ਦੇ ਵਿੱਚ ਐਮਐਸਪੀ ਦਾ ਕਾਫੀ ਰੇੜਕਾ ਚੱਲ ਰਿਹਾ ਹੈ। ਸੋ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਬੇਸ਼ੱਕ ਅੱਜ ਨਰਿੰਦਰ ਤੋਮਰ ਹੋਣਾ ਦਾ ਬਿਆਨ ਵੀ ਆ ਚੁੱਕਿਆ ਕਿ ਕਮੇਟੀ ਬਣਾਵਾਂਗੇ। ਜੇ ਕਮੇਟੀ ਬਣਦੀ ਹੈ, ਕੋਈ ਸਮਾਂ ਤੈਅ ਨਹੀਂ ਹੁੰਦਾ ਹੈ, ਤਾਂ ਕੀ ਇਹ ਅੰਦੋਲਨ ਲੰਬਾ ਚੱਲੇਗਾ? ਫਿਰ ਜਿੱਦਾਂ ਦੀ ਕਮੇਟੀ ਆਉਂਦੀ ਆ ਉਹ ਡਿਸਕਸ਼ਨ ਕੀਤੀ ਜਾਊਗੀ ਬੱਤੀਆਂ ਦੇ ਵਿੱਚ ਜਾਂ ਐਸਕੇਐਮ ਦੇ ਵਿੱਚ ਵੀ ਉਹਦਾ ਕੀ ਰੂਪ ਰੇਖਾ। ਮੈਂ ਆਪਣੀ ਸਮਝ ਦੱਸ ਸਕਦਾ, ਸਾਡੇ ਜਥੇਬੰਦੀ ਦੀ ਸਮਝ ਕਹਿੰਦੀ ਆ ਵੀ ਉਹਦੀ ਰੂਪ ਰੇਖਾ ਦੇਖ ਕੇ ਅਗਲੇ ਫੈਸਲੇ ਦਿੱਤੇ ਜਾਣਗੇ ਵੀ ਉਹਦੇ 'ਚ ਮੈਂਬਰ ਸਾਡੇ ਲੈਂਦੇ ਆ, ਟੈਨਿਓਰ ਕਿੰਨੀ ਲੈਂਦੇ ਆ, ਕਿ ਸਰਕਾਰ ਕਹਿੰਦੀ ਹੈ ਵੀ ਇਹਨੂੰ ਕਾਨੂੰਨੀ ਰੂਪ ਜਾਮਾ ਕੀਤਾ ਜਾਊਗਾ। ਕਿਉਂਕਿ ਐਮਐਸਪੀ ਸਾਡੇ ਵਾਸਤੇ ਚੌਥੇ ਨੰਬਰ ਤੇ ਇੱਕ ਮੁੱਖ ਮੁੱਦਾ ਸੀਗਾ ਤੇ ਇਹ ਪੰਜਾਬ ਦੀ ਵਾਸਤੇ ਐਮਐਸਪੀ ਮਿਲਣੀ ਜ਼ਰੂਰੀ ਤੇ ਹਰਿਆਣੇ ਵਾਸਤੇ ਜ਼ਰੂਰੀ ਸੀ ਤੇ ਬਾਕੀ ਦੇਸ਼ ਦੇ ਵਿੱਚ ਲਾਗੂ ਹੋਣੀ ਜ਼ਰੂਰੀ ਸੀ। ਕੋਈ 23 ਫਸਲਾਂ ਦੇ ਉੱਤੇ ਐਲਾਨ ਕੀਤਾ ਜਾਂਦਾ, ਖਰੀਦੀਆਂ 5 ਤੋਂ 6 ਫਸਲਾਂ ਸਾਰੇ ਭਾਰਤ 'ਚ ਜਾਂਦੀਆਂ ਨੇ। ਇੱਥੇ ਆਪਾਂ ਕਣਕ ਝੋਨਾ ਖਰੀਦਦੇ ਹਾਂ ਜਾਂ ਕਾਟਨ ਕਿਤੇ ਨਾ ਕਿਤੇ ਖਰੀਦੀ ਜਾਂਦੀ ਆ, ਮੂੰਗੀ ਕਿਤੇ ਕਿਤੇ ਹਰਿਆਣਾ ਖਰੀਦੀ ਜਾਂਦੀ ਆ, ਬਾਕੀ 15 ਤੋਂ 16 ਫਸਲਾਂ ਖਰੀਦੀਆਂ ਨਹੀਂ ਜਾਂਦੀਆਂ ਜਿਹੜੀਆਂ ਕਿ ਐਮਐਸਪੀ ਸਿਰਫ ਐਲਾਨ ਕਰਨ ਤੱਕ ਹੀ ਬਾਕੀ ਰਹਿੰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਪੂਰਨ ਰੂਪ ਤੇ ਖਰੀਦਿਆ ਜਾਵੇ, ਬਾਜ਼ਾਰ ਕ੍ਰੀਏਟ ਕੀਤੇ ਜਾਣ, ਮੰਡੀਆਂ ਕ੍ਰੀਏਟ ਕੀਤੀਆਂ ਜਾਣ। ਜਿਵੇਂ ਹਰਿਆਣੇ ਪੰਜਾਬ ਦੇ ਵਿੱਚ ਮੰਡੀਆਂ ਨੇ, ਇੱਦਾਂ ਹੀ ਪੂਰੇ ਭਾਰਤ 'ਚ ਮੰਡੀਆਂ ਹੋਣ। ਕਿਸਾਨ ਆਪਣੀ ਫਸਲ ਲੈ ਕੇ ਜਾਣ ਨੂੰ ਥਾਂ ਹੋਵੇ, ਸਰਕਾਰੀ ਮੰਡੀ ਹੋਵੇ, ਜਿਵੇਂ ਪ੍ਰਾਈਵੇਟ ਮੰਡੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਆਪਣੇ ਕਾਨੂੰਨ ਦੇ ਵਿੱਚ, ਤਾਂ ਸਰਕਾਰੀ ਮੰਡੀ ਹੋਵੇ, ਉੱਥੇ ਉੱਥੇ ਪਰਚੇਸ ਕੀਤੀ ਜਾਵੇ, ਕਿਸਾਨ ਨੂੰ ਆਸਾਨੀ ਹੋਵੇ। ਸਵਾਲ ਫਿਰ ਉਹੀ ਹੈ ਕਿ 29 ਤਰੀਕ ਨੂੰ ਜੇ ਸਰਕਾਰ ਸਾਰੀਆਂ ਮੰਗਾਂ ਮੰਨ ਲੇਗੀ ਤਾਂ ਫਿਰ ਜਾਣ ਦੀ ਤਿਆਰੀ ਹੋ ਜੂ ਕਿਸਾਨਾਂ ਦੀ? ਇਹ 32 ਜਥੇਬੰਦੀਆਂ ਫੈਸਲਾ ਕਰਨਗੀਆਂ ਵੀ ਕਿੱਦਾਂ ਦੇ ਫੈਸਲੇ ਲਿੱਤੇ ਗਏ ਤੇ ਕਿੱਦਾਂ ਦੀ ਤਿਆਰੀ ਅੱਗੇ ਚੱਲਣੀ ਹੈ, ਕਿਉਂਕਿ ਸਮਾਂ ਬੜਾ ਪਾ ਲਿਆ ਨਾ। 29 ਤਰੀਕ ਨੂੰ ਜੇ ਮੰਨ ਲਓ ਫੈਸਲਾ ਆ ਜਾਂਦਾ, ਉਸ ਤੋਂ ਬਾਅਦ 4 ਤਰੀਕ ਜ਼ਿਆਦਾ ਲੰਬੀ ਪੈ ਗਈ ਹੈ, ਕਿਉਂਕਿ ਐਲਾਨ ਅੱਜ ਪੀਸੀ ਦੇ ਵਿੱਚ ਇਹੀ ਹੋਇਆ ਕਿ 4 ਤਰੀਕ ਨੂੰ ਅਗਲੀ ਸੰਯੁਕਤ ਮੋਰਚੇ ਦੀ ਜਿਹੜੀ ਆ ਬੈਠਕ ਰੱਖੀ ਜਾਏਗੀ, ਮੀਟਿੰਗ ਕੀਤੀ ਜਾਏਗੀ, ਫਿਰ ਐਲਾਨ ਕੀਤਾ ਜਾਏਗਾ। ਦੇਖੋ, ਬੈਠਕਾਂ ਸੰਯੁਕਤ ਮੋਰਚੇ ਦੀ ਹੁੰਦੀ ਰਹਿਣੀਆਂ। ਇੱਕ ਫੈਸਲਾ ਅੱਜ ਇਹ ਵੀ ਆਇਆ ਅੰਦਰ ਸਾਡਾ, ਬਾਹਰ ਤਾਂ ਨਹੀਂ ਆਇਆ, ਵੀ ਆਪਾਂ ਇਕੱਠੇ ਰਹਿਣਾ, ਇਕੱਠੇ ਰਹਿ ਕੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਹਰ ਅਗਲੀਆਂ ਜਿਹੜੀਆਂ ਲੜਾਈਆਂ ਨੇ, ਜਿਹੜੀਆਂ ਐਮਐਸਪੀ ਦੀ ਜਾਂ ਹੋਰ ਕਿਸਾਨੀ ਲੜਾਈ ਨੇ, ਸਾਡੇ ਕਰਜ਼ੇ ਦੀ ਲੜਾਈ ਰਹਿੰਦੀ ਹੈ, ਉਹ ਉੱਦਾਂ ਦੇ ਕਈ ਲੜਾਈਆਂ ਨੇ ਜਿਹੜੀਆਂ ਸਾਡੀ ਨੌਕਰੀਆਂ ਦੀਆਂ ਜਾਂ ਸਾਡੀਆਂ ਜ਼ਮੀਨਾਂ, ਮਾਰੂ ਜ਼ਮੀਨਾਂ ਨੂੰ ਕਿਵੇਂ ਆਬਾਦ ਕੀਤਾ ਜਾਵੇ, ਕਿਵੇਂ ਕਿਸਾਨ ਉੱਥੇ ਡਿਵੈਲਪ ਕਰਨੇ ਜਾਣ, ਕਿਵੇਂ ਮਜ਼ਦੂਰਾਂ ਦੀ ਉੱਤੇ ਮਜ਼ਦੂਰੀ ਦਾ ਕੋਈ ਕੀਤਾ ਜਾਵੇ, ਕਿਉਂਕਿ ਸਾਡਾ ਇੱਕ ਮੋਰਚਾ ਸੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਤਾਂ ਜਿਹੜੀਆਂ ਮਜ਼ਦੂਰਾਂ ਦੀ ਵੀ ਕੋਈ ਪ੍ਰੋਬਲਮਸ ਨੇ ਉਹ ਚੱਲਦੀਆਂ ਨੇ। ਸੰਯੁਕਤ ਮੋਰਚੇ ਦੀਆਂ ਮੀਟਿੰਗਾਂ ਹੋਣੀਆਂ ਨੇ 4 ਤਰੀਕ ਦੀ ਮੀਟਿੰਗ ਨਾਲ ਜਾਂ ਇਹਦੇ ਨਾਲ ਕੋਈ ਰਿਲੇਟਡ ਨਹੀਂ। ਇਹ 32 ਜਥੇਬੰਦੀਆਂ ਜਦੋਂ ਫੈਸਲਾ ਕਰਦੀਆਂ ਉਦੋਂ ਬਾਅਦ ਸੰਯੁਕਤ ਮੋਰਚਾ ਕਿਹੋ ਜਿਹਾ ਫੈਸਲਾ ਲਿਆਉਂਦਾ ਤੁਹਾਡੇ ਸਾਹਮਣੇ ਆ ਜਾਊਗਾ। ਕੁਝ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿਤੇ ਨਾ ਕਿਤੇ ਕਿ ਬੈਠਕ ਹੋਣੀ ਸਰਕਾਰ ਦੇ ਨਾਲ ਜ਼ਰੂਰੀ ਹੈ, ਪਰ ਕੀ ਬੈਠਕ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ, ਜਿਵੇਂ ਪ੍ਰਧਾਨ ਮੰਤਰੀ ਨੇ ਜਿਹੜੇ ਬਿੱਲ ਜੀ ਕੇ ਰੱਦ ਕੀਤੇ ਨੇ?
ਇਹ ਲੀਡਰਸ਼ਿਪ ਅਸੀਂ ਅੰਦਰ ਬੈਠ ਕੇ ਇਹ ਡਿਸਕਸ਼ਨ ਕਰਾਂਗੇ ਵੀ ਕੋਈ ਆਉਂਦੀ ਹੈ ਗੱਲ, ਕੋਈ ਕਹਿੰਦਾ ਵੀ ਬੈਠ ਕੇ ਗੱਲ ਹੋਣੀ ਚਾਹੀਦੀ ਸੀ, ਕੋਈ ਕਹਿੰਦਾ ਵੀ ਜੇ ਐਲਾਨ ਹੁੰਦਾ ਜੇ ਜਿਹੜੀਆਂ ਆਪਣੀ ਮੰਗਾਂ ਨੇ ਮੰਗਾਂ ਤੱਕ ਆਪਾਂ ਨੂੰ ਮੰਨੀਆਂ ਜਾਂਦੀਆਂ ਤੇ ਆਪਾਂ ਉਹ ਸੀਮਤ ਰਹਿੰਦੇ ਆ। ਇਹ ਡਿਸਕਸ਼ਨ ਤੋਂ ਬਾਅਦ ਆ ਇਹ ਬਾਲ ਦੀ ਖਾਲ ਅਸੀਂ ਲਾਉਂਦੇ ਆ ਜਦੋਂ ਡਿਸਕਸ਼ਨ ਕਰਦੇ ਤੁਸੀਂ ਕਾਫੀ ਕਵਰ ਕੀਤਾ ਤੇ ਉਹ ਜੋ ਕਵਰ ਕਰਕੇ ਜਿਵੇਂ ਵੀ ਸਾਂਝਾ ਇੱਕ ਫੈਸਲਾ ਬਣੂਗਾ ਤੁਹਾਡੇ ਸਾਹਮਣੇ ਆਊਗਾ। ਖਾਸ ਗੱਲ ਕਿ ਰਾਜ ਦੇ ਬਾਰੇ ਕਹਿ ਦਿੱਤਾ ਗਿਆ ਕਿ ਜਿੰਨੇ ਵੀ ਕੰਪਨਸੇਸ਼ਨ ਦੇਣੀ ਆ ਉਹ ਰਾਜ ਸਰਕਾਰਾਂ ਦੇਣ, ਹਾਲਾਂਕਿ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਕਿਉਂਕਿ ਕਾਨੂੰਨ ਜਿਹੜੇ ਸੀਗੇ ਖੇਤੀ ਦੇ ਇਹ ਰਾਜ ਦੇ ਅਧੀਨ ਆਉਂਦੇ ਸੀਗੇ, ਪਰੰਤੂ ਉਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਲੈ ਕੇ ਆਉਂਦੀ ਹੈ। ਤਾਂ ਹੁਣ ਜਦੋਂ ਕੰਪਨਸੇਸ਼ਨ ਦੀ ਗੱਲ ਹੋਈ ਹੈ ਤਾਂ ਹੁਣ ਸਰਕਾਰ ਨਰਿੰਦਰ ਸਿੰਘ ਤੋਮਰ ਕਹਿੰਦੇ ਨੇ ਕਿ ਹੁਣ ਇਹ ਪੈਸੇ ਜਿਹੜੇ ਨੇ ਜਾਂ ਜੋ ਵੀ ਅਮਾਉਂਟ ਦੇਣੀ ਹੈ ਉਹ ਰਾਜ ਸਰਕਾਰਾਂ ਦੇਣ। ਇਹ ਕਿੰਨਾ ਕੁ ਸਹੀ ਹੈ ਕਿ ਇਹਦੇ ਤੇ ਕੋਈ ਸਟੈਂਡ ਲਏਗਾ ਸੰਯੁਕਤ ਮੋਰਚਾ? ਇਹਦੀ ਡਿਸਕਸ਼ਨ ਦਾ ਮੈਟਰ ਆ ਵੀ ਕਿਵੇਂ ਡਿਸਕਸ ਹੋ ਸਕਦਾ, ਜਿਵੇਂ ਡਿਸਕਸ ਹੋਊਗਾ ਬਾਹਰ ਆਊਗਾ, ਕਿਉਂਕਿ ਇਹਦੇ ਕਿੰਨੇ ਪਹਿਲੂ ਨੇ। ਜੇ ਆਪਾਂ ਸਿੱਧਾ ਸੈਂਟਰ ਤੋਂ ਲੈਂਦੇ ਆ ਤਾਂ ਆਪਾਂ ਫੈਡਰਲ ਢਾਂਚੇ ਤੇ ਅਟੈਕ ਕਰਦੇ ਆ, ਆਪਾਂ ਸਟੇਟਸ ਨਹੀਂ ਮੰਨਦੇ। ਜੇ ਸਟੇਟਸ ਤੋਂ ਲੈਂਦੇ ਆ ਤਾਂ ਕੀ ਉਹ ਸੈਂਟਰ ਨੂੰ ਅਪਲਾਈ ਕਰ ਰਿਹਾ? ਸਾਡੇ ਸਟੇਟਸ ਤੇ ਵੀ ਨਹੀਂ ਭਾਰ ਵੱਜਣਾ ਚਾਹੀਦਾ। ਜੇ ਸੈਂਟਰ ਦੀ ਕਾਰਨ ਆਪਾਂ ਉਰੇ ਬੈਠੇ ਸੀ, ਸੈਂਟਰ ਨੇ ਕਾਨੂੰਨ ਬਣਾਏ ਸੀ ਤਾਂ ਆਪਾਂ ਐਜੀਟੇਸ਼ਨ ਲੜੀ ਸੀ, ਤਾਂ ਕਿਤੇ ਨਾ ਕਿਤੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਆ ਜੇ ਉਹਨਾਂ ਨੂੰ ਮੁਆਵਜ਼ਾ ਬਣਦਾ ਵੀ ਹੈ ਤੇ ਜਿਹਨਾਂ ਨੂੰ ਸੇਕ ਲੱਗਣਾ ਵੀ ਹੈ ਉਹ ਸੈਂਟਰ ਨੂੰ ਲੱਗਣਾ ਚਾਹੀਦਾ। ਪਰ ਅਸੀਂ ਆਪਾਂ ਪਾਲਿਸੀਜ਼ ਦੇਖਦੇ ਆ ਜਾਂ ਸਾਡੀਆਂ ਸਬਸਿਡੀ ਦੀ ਪਾਲਿਸੀਜ਼ ਦੇਖਦੇ ਆ ਜਾਂ ਹੋਰ ਦੇਖਦੇ ਆ, ਉਹ ਸੈਂਟਰਲ ਵੱਲ ਗਿਵਨ ਹੁੰਦੀਆਂ ਪਰ ਸਟੇਟ ਥਰੂ ਹੁੰਦੀਆਂ ਨੇ। ਇਸ ਕਰਕੇ ਉਹਨੂੰ ਦੇਖਦੇ ਆ ਪੇਪਰ 'ਚ ਕਿਵੇਂ ਉਹ ਵਾਚ ਕਰਦੇ ਆ, ਕਿਵੇਂ ਉਹਨੂੰ ਡਿਸਕਸ ਕਰਕੇ ਸਾਹਮਣੇ ਲਿਆਉਂਦੇ ਆ। ਐਮਐਸਪੀ ਦੀ ਲੜਾਈ ਦੇ ਲਈ ਪੰਜਾਬ ਫਿਰ ਮੋਰੀ ਫਿਰ ਰੋਲ ਨਿਭਾਵੇਗਾ ਕਿਉਂਕਿ ਬਹੁਤ ਸਾਰੇ ਜਿਵੇਂ ਕਿਸਾਨ ਨੇ 500 ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚ 32 ਜਥੇਬੰਦੀਆਂ ਇਹ ਵੀ ਨੇ, ਤਾਂ ਜੇ ਐਮਐਸਪੀ ਦੀ ਰੇੜਕਾ ਬਣਦਾ ਹੈ ਤਾਂ ਫਿਰ ਪੰਜਾਬ ਮੋਰੀ ਰੋਲ ਦੇ ਵਿੱਚ ਫਿਰ ਇੱਥੇ ਬੈਠੇਗਾ। ਤੁਸੀਂ ਸਮਝਦੇ ਹੋ ਵੀ ਪੰਜਾਬ ਕਿਹੜੀ ਗੱਲ ਤੇ ਮੋਰੀ ਰੋਲ ਨਹੀਂ ਅਪਲਾਇਆ? ਆਜ਼ਾਦੀ ਤੋਂ ਲੈ ਕੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਤੋਂ ਲੈ ਕੇ ਅੱਜ ਕਾਨੂੰਨਾਂ ਤੱਕ ਲੈ ਕੇ ਆਪਾਂ ਅੱਜ ਦੀ ਗੱਲ ਵੀ ਕਰ ਲਈਏ ਤੇ ਅੱਗੇ ਆਉਣ ਵਾਲੇ ਸਮੇਂ 'ਚ ਬਾਬੇ ਦੀ ਬਖਸ਼ ਰਹੀ ਤਾਂ ਇਹ ਹਮੇਸ਼ਾ ਮੋਰੀ ਨਿਭਾਊਗਾ। ਜਾਨੀ ਕਿ ਕਿਸਾਨ ਬੈਠਣਗੇ ਫਿਰ ਜੇ ਮੁੱਦਾ ਅੜਦਾ ਹੈ ਕਿਤੇ। ਇਹ ਹਰ ਤਰ੍ਹਾਂ ਦਾ ਫੈਸਲਾ ਉਹ 32 ਜਥੇ ਨੂੰ ਪਿਆ, ਇੱਕ ਸਿੰਗਲ ਨਾਲ ਨਹੀਂ ਕੋਈ ਫੈਸਲਾ ਲੈਂਦਾ। ਅਸੀਂ ਸੰਯੁਕਤ ਤੌਰ ਤੇ ਮੋਰਚਾ ਹੀ ਬਣਾ ਲਿਆ, ਸੰਯੁਕਤ ਫੈਸਲੇ ਦਿੱਤੇ ਜਾਂਦੇ ਆ। ਸੋ ਇਸ ਹਨ ਸਾਡੇ ਨਾਲ ਹਰਮੀਤ ਸਿੰਘ ਕਾਦੀਆਂ। ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਕਿਤੇ ਐਮਐਸਪੀ ਦੀ ਲੜਾਈ ਜਿਹੜੀ ਹੈ ਉਹ ਹੁਣ ਅੱਗੇ ਲੜਨੀ ਪਈ ਤਾਂ ਉਹ ਜ਼ਰੂਰ ਪੰਜਾਬ ਜਿਹੜਾ ਆ ਮੋਰੀ ਹੋ ਕੇ, ਜਾਣੀ ਕਿ 32 ਜਥੇਬੰਦੀਆਂ ਜਿਹੜੀਆਂ ਨੇ ਉਹ ਮੋਰੀ ਹੋ ਕੇ ਜ਼ਰੂਰ ਲੜਨਗੀਆਂ।